ਹੈਲੋ ਗਾਇਜ਼, ਵੈਲਕਮ ਟੂ ਮਾਈ ਚੈਨਲ ਲਰਨ ਟੀਚਿੰਗ। ਕਿੱਦਾਂ ਸਾਰੇ? ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ। ਸੋ ਤੁਹਾਡੇ ਲਈ ਬਹੁਤ ਵਧੀਆ ਓਪਰਚੁਨਿਟੀ ਆਈ ਹੈ ਕਿ ਆਪਾਂ ਅੱਜ ਕਰਾਂਗੇ ਪੰਜਾਬੀ ਗ੍ਰਾਮਰ ਸੀਟੈਟ ਲਈ। ਸੋ ਇਹ ਤੁਹਾਡੀ ਜਨਰਲ ਨੌਲੇਜ ਲਈ ਰਹੇਗਾ ਅਤੇ ਬਾਕੀ ਆਪਾਂ ਪੰਜਾਬੀ ਪੈਡਾਗੋਗੀ ਦੇ ਕੁਝ ਇੰਪੋਰਟੈਂਟ ਕੁਐਸਚਨ ਆਨਸਰਸ ਕਰਾਂਗੇ। ਇਹ ਪਹਿਲਾਂ ਵੀ ਪੇਪਰ ਦੇ ਵਿੱਚ ਆਏ ਹੋਏ ਆ ਤਾਂ ਅੱਗੇ ਜਾ ਕੇ ਵੀ ਆ ਸਕਦੇ ਹੋ। ਇਹ 'ਚ ਤੁਹਾਡੇ ਲਈ ਨੌਲੇਜਫੁਲ ਲੈਕਚਰ ਰਹੇਗਾ, ਬਹੁਤ ਜ਼ਿਆਦਾ ਆਪਾਂ ਵਧੀਆ ਤਰੀਕੇ ਨਾਲ ਅੱਜ ਸਮਝਾਂਗੇ। ਸੋ ਬਿਨਾਂ ਦੇਰ ਸਟਾਰਟ ਕਰਦੇ ਹਾਂ। ਜੇ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਿਆ ਜੇ, ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ। ਸੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਰਚਨਾ, ਵਿਆਕਰਣ, ਕਵਿਤਾ ਦੀ ਸਿੱਖਿਆ ਬਾਰੇ। ਇਹ ਤੁਹਾਨੂੰ ਜਨਰਲ ਨੌਲੇਜ ਦੇਗੀ। ਸਭ ਤੋਂ ਪਹਿਲਾਂ ਕੀ ਇਹਨਾਂ ਨੇ ਕਿਹਾ ਹੋਇਆ, ਭਾਸ਼ਾ ਦੇ ਖੇਤਰ ਵਿੱਚ ਇਸ ਸ਼ਬਦ ਦਾ ਅਰਥ ਹੈ ਆਪਣੇ ਸ਼ਬਦਾਂ ਰਾਹੀਂ ਭਾਵਾਂ ਦਾ ਪ੍ਰਗਟਾਵਾ। ਮਤਲਬ ਭਾਸ਼ਾ ਦੇ ਖੇਤਰ ਵਿੱਚ ਸ਼ਬਦ ਦਾ ਕੀ ਅਰਥ ਹੈ? ਸ਼ਬਦ ਦਾ ਇਹ ਹੈ, ਸ਼ਬਦ ਰਾਹੀਂ ਆਪਾਂ ਆਪਣੇ ਭਾਵਾਂ ਨੂੰ ਪ੍ਰਗਟਾਵਾ ਕਰਦੇ, ਮਤਲਬ ਭਾਵਾਂ ਨੂੰ ਐਕਸਪ੍ਰੈਸ ਕਰਦੇ ਆਪਣੀ। ਜਿਵੇਂ ਹੁਣ ਮੈਂ ਤੁਹਾਨੂੰ ਸਮਝਾ ਰਹੀ ਹਾਂ, ਮੈਂ ਇੱਕ ਪ੍ਰਗਟਾਵਾ ਕਰ ਰਹੀ ਹਾਂ, ਠੀਕ ਹੈ। ਇਹਨੂੰ ਭਾਸ਼ਾ ਦੇ ਖੇਤਰ ਵਿੱਚ ਇਹਦਾ ਇਹ ਹੈ, ਭਾਸ਼ਾ ਨੂੰ ਪ੍ਰਯੋਗ ਵਿੱਚ ਲਿਆਉਣ ਦੀ ਸ਼ਕਤੀ ਕਹਿੰਦਾ ਹੈ। ਭਾਸ਼ਾ ਨੂੰ ਪ੍ਰਯੋਗ ਵਿੱਚ ਲਿਆਉਣ ਦੀ ਸ਼ਕਤੀ ਕਹਿੰਦਾ। ਹੁਣ ਸ਼ਬਦ ਹੈ ਤਾਂ ਭਾਸ਼ਾ ਬਣੇਗਾ, ਇਹ ਪ੍ਰਯੋਗ ਲਏਗਾ ਤਾਂ ਇਹਦੀ ਸ਼ਕਤੀ, ਠੀਕ ਹੈ ਜੀ। ਸੋ ਇਹ ਤਾਂ ਈਜ਼ੀ ਹੈ, ਦੁਬਾਰਾ ਤੋਂ ਸਮਝ ਲਓ। ਭਾਸ਼ਾ ਦੇ ਖੇਤਰ ਵਿੱਚ ਇਹ ਸ਼ਬਦ ਦਾ ਅਰਥ ਹੈ ਆਪਣੇ ਸ਼ਬਦਾਂ ਰਾਹੀਂ ਭਾਵਾਂ ਦਾ ਪ੍ਰਗਟਾਵਾ ਕਰਨਾ, ਭਾਸ਼ਾ ਨੂੰ ਪ੍ਰਯੋਗ ਵਿੱਚ ਲਿਆਉਣ ਦੀ ਸ਼ਕਤੀ ਕਹਿੰਦਾ ਹੈ। ਸੋ ਨੈਕਸਟ ਆਪਾਂ ਜਾਣਦੇ ਹਾਂ ਲਿਖਿਤ ਰਚਨਾ ਬਾਰੇ। ਲਿਖਿਤ ਰਚਨਾ ਕੀ ਹੈ? ਨਿਰੀਖਣ ਬਾਰੇ ਸਭ ਤੋਂ ਪਹਿਲਾ ਪੁਆਇੰਟ ਲਿਖਿਤ ਰਚਨਾ ਵਿੱਚ ਹੈਗਾ ਨਿਰੀਖਣ। ਲਿਖਿਤ ਰਚਨਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਲੇਖਕ ਵਿੱਚ ਨਿਰੀਖਣ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਮਤਲਬ ਇਹਨਾਂ ਨੇ ਇਹ ਕਿਹਾ ਹੈ, ਜਿਹੜਾ ਹੁਣ ਲਿਖਿਤ ਰਚਨਾ ਆ ਗਿਆ ਨਾ, ਇਹਦੇ ਵਿੱਚ ਸਭ ਤੋਂ ਪਹਿਲਾਂ ਫਸਟ ਪੁਆਇੰਟ ਹੈ ਨਿਰੀਖਣ। ਜੇ ਲਿਖਿਤ ਰਚਨਾ ਵਿੱਚ ਨਿਰੀਖਣ ਨਾ ਆਉਂਦਾ ਹੋਵੇ, ਠੀਕ ਹੈ, ਤਾਂ ਉਹ ਰਚਨਾ ਨਹੀਂ ਸਹੀ ਮੰਨੀ ਜਾਏਗੀ। ਮੰਨ ਲਓ ਮੈਂ ਕੋਈ ਇੱਕ ਸਟੋਰੀ ਦੇਖਣੀ ਆ, ਠੀਕ ਹੈ, ਜੇ ਮੈਨੂੰ ਉਹਦੇ ਬਾਰੇ ਪਤਾ ਹੈ, ਮੈਂ ਉਹਦਾ ਨਿਰੀਖਣ ਕੀਤਾ, ਐਨਾਲਾਈਜ਼ ਕੀਤਾ, ਤਾਂ ਮੈਂ ਬੈਸਟ ਵੇ ਨਾਲ ਕਰਾਂਗੀ, ਠੀਕ ਹੈ। ਜੇ ਹੁਣ ਮੈਂ ਨਹੀਂ ਕੀਤਾ ਤਾਂ ਉਹ ਪ੍ਰਭਾਵਸ਼ਾਲੀ ਲਿਖਿਤ ਰਚਨਾ ਨਹੀਂ ਬਣੇਗੀ। ਸੋ ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਏਗੀ। ਨੈਕਸਟ ਆਪਾਂ ਜਾਣਦੇ ਹਾਂ ਕਲਪਨਾ। ਹੁਣ ਕਲਪਨਾ ਬਾਰੇ ਕੀ ਕਿਹਾ ਹੋਇਆ? ਕਲਪਨਾ, ਸ਼ੇਕਸਪੀਅਰ ਨੇ ਕਿਹਾ ਹੈ ਕਿ ਪਾਗਲ, ਪ੍ਰੇਮੀ ਅਤੇ ਕਵੀ ਤਿੰਨੇ ਕਲਪਨਾ ਦੇ ਪੁਜਾਰੀ ਹੁੰਦੇ ਹਨ, ਠੀਕ ਹੈ ਜੀ। ਇਹਨਾਂ ਨੇ ਕਿਹਾ ਹੈ, ਸ਼ੇਕਸਪੀਅਰ ਨੇ। ਕੁਐਸਚਨ ਵੀ ਆ ਸਕਦਾ ਹੈ ਵੀ ਕਿਹਨੇ ਕਿਹਾ ਪਾਗਲ, ਪ੍ਰੇਮੀ ਅਤੇ ਕਵੀ ਤਿੰਨੇ ਕਲਪਨਾ ਦੇ ਪੁਜਾਰੀ ਹਨ? ਤਾਂ ਸ਼ੇਕਸਪੀਅਰ ਨੇ। ਇਹ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਇਹ ਕਲਪਨਾ ਜ਼ਿਆਦਾ ਕਰਦੇ ਸੀ, ਠੀਕ ਹੈ ਜੀ। ਨੈਕਸਟ ਆਪਾਂ ਜਾਣਦੇ ਹਾਂ ਸਾਹਿਤ ਅਧਿਐਨ ਬਾਰੇ। ਸਾਹਿਤ ਅਧਿਐਨ ਕੀ ਹੈ? ਸਾਹਿਤ ਰਚਨਾ ਸਿਖਾਉਣ ਲਈ ਵੀ ਸਾਹਿਤ ਪੜ੍ਹਾਈ 'ਤੇ ਜ਼ੋਰ ਦੇਣਾ ਚਾਹੀਦਾ ਹੈ। ਹਾਂ, ਜੇ ਮੈਂ ਤੁਹਾਨੂੰ ਸਾਹਿਤ ਰਚਨਾ ਸਿਖਾ ਰਹੀ ਹਾਂ ਜਾਂ ਕੁਛ ਵੀ ਸਿਖਾ ਰਹੀ ਹਾਂ ਜਾਂ ਤੁਸੀਂ ਸਿਖਾ ਰਹੇ ਹੋ, ਤਾਂ ਪਹਿਲਾਂ ਤੁਹਾਨੂੰ ਉਹ ਚੀਜ਼ ਆਉਣੀ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਜੇ ਤੁਹਾਨੂੰ ਆਉਂਦੀ ਹੋਏਗੀ ਤਾਂ ਤੁਸੀਂ ਬੈਸਟ ਵੇ ਨਾਲ ਸਮਝਾ ਸਕਦੇ ਹੋ। ਤਾਂ ਆਪਾਂ ਨੈਕਸਟ ਕਰਦੇ ਹਾਂ ਰਚਨਾ ਸਿੱਖਿਆ ਦੀ ਵਿਧੀਆਂ। ਹੁਣ ਰਚਨਾ ਸਿੱਖਿਆ ਦੀ ਵਿਧੀਆਂ ਕੀ ਹੈ? ਸਭ ਤੋਂ ਪਹਿਲਾਂ ਕੀ ਹੈ? ਪ੍ਰਸ਼ਨ ਉੱਤਰ ਵਿਧੀ, ਠੀਕ ਹੈ ਜੀ। ਅਧਿਆਪਕ ਪ੍ਰਸ਼ਨ ਕਰਦਾ ਹੈ ਅਤੇ ਵਿਦਿਆਰਥੀ ਉੱਤਰ ਦਿੰਦੇ ਹਨ, ਬਹੁਤ ਈਜ਼ੀ ਹੈ। ਨੈਕਸਟ ਕੀ ਹੈ? ਚਿੱਤਰ ਵਰਣਨ ਵਿਧੀ। ਚਿੱਤਰ ਵਰਣਨ ਕੀ? ਅਧਿਆਪਕ ਵਿਦਿਆਰਥੀਆਂ ਦੇ ਸਾਹਮਣੇ ਇੱਕ ਚਿੱਤਰ ਰੱਖਦਾ ਹੈ, ਚਿੱਤਰ ਦੇ ਸੰਬੰਧ ਵਿੱਚ ਪ੍ਰਸ਼ਨ ਕਰਦਾ ਹੈ। ਮੰਨ ਲਓ ਮੈਂ ਤੁਹਾਡੇ ਅੱਗੇ ਫੋਟੋ ਰੱਖ ਦਿੱਤੀ, ਠੀਕ ਹੈ ਜੀ, ਤੇ ਤੁਸੀਂ ਇਹਨੂੰ ਦੇਖੋਗੇ। ਜੇ ਤੁਹਾਨੂੰ ਨਹੀਂ ਸਮਝ ਆਈ ਤਾਂ ਤੁਸੀਂ ਕੀ ਕਰੋਗੇ? ਮੈਨੂੰ ਕੁਐਸਚਨ ਪੁੱਟ ਕਰੋਗੇ। ਤਾਂ ਇਹ ਹੋ ਗਿਆ ਚਿੱਤਰ ਵਰਣਨ ਵਿਧੀ, ਐਕਸਪਲੇਨ ਕਰਨਾ। ਜਿਵੇਂ ਕਿ ਹੁਣ ਆਪਾਂ ਪ੍ਰੀ ਪ੍ਰਾਇਮਰੀ ਦੇ ਵਿੱਚ ਸਿਖਾਉਂਦੇ ਹਾਂ ਬੱਚਿਆਂ ਨੂੰ, ਫਸਟ ਕਲਾਸ 'ਚ ਹੋ ਗਿਆ ਤਾਂ ਉਹ ਕੁਐਸਚਨ ਪੁੱਟ ਕਰਦੇ ਆ ਇੱਦਾਂ ਹੀ। ਇਹ ਬਹੁਤ ਇੰਪੋਰਟੈਂਟ ਹੈ। ਇਹ ਇਸ ਲਈ ਆਉਂਦੇ ਕਿਉਂਕਿ ਸੀਟੈਟ ਮਤਲਬ ਟੀਚਰ ਦਾ ਹੀ ਐਗਜ਼ਾਮ ਹੈ, ਅਤੇ ਇਹਦੇ ਰਿਲੇਟਿਡ ਹੀ ਬਹੁਤ ਆ ਜਾਂਦੇ ਆ। ਇਸ ਲਈ ਤੁਹਾਨੂੰ ਨਾ ਨੌਲੇਜ ਹੋਣੀ ਚਾਹੀਦੀ ਹੈ ਕਿ ਪ੍ਰਾਇਮਰੀ ਦੇ ਵਿੱਚ ਕਿੱਦਾਂ ਪੜ੍ਹਾਉਂਦੇ, ਫਸਟ 'ਚ ਕਿੱਦਾਂ, ਕੀ ਰੂਲ ਹੈ। ਥੋੜ੍ਹਾ ਜਿਹਾ ਜੇ ਤੁਹਾਨੂੰ ਐਕਸਪੀਰੀਅੰਸ ਹੋਏਗਾ ਤੁਸੀਂ ਬੈਸਟ ਵੇ ਨਾਲ ਪੇਪਰ ਕਲੀਅਰ ਕਰ ਸਕਦੇ ਹੋ। ਇਕੱਲੇ ਸਬਜੈਕਟ ਮੈਟਰ ਨਹੀਂ ਕਰਦੇ, ਕੁਛ ਆਪਣੀ ਜਨਰਲ ਨੌਲੇਜ ਵੀ ਮੈਟਰ ਕਰਦੀ ਹੈ ਜੋ ਆਪਾਂ ਨੂੰ ਬੱਚਿਆਂ ਤੋਂ ਮਿਲੀ ਹੈ, ਆਪਾਂ ਟੀਚਿੰਗ ਕਰਵਾਈ ਹੋਈ ਹੈ ਤਾਂ ਕਰਕੇ। ਸੋ ਆਪਾਂ ਨੈਕਸਟ ਕਰਦੇ ਹਾਂ ਉਤਬੋਧਨ ਵਿਧੀ। ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਵਧਾਉਣ ਲਈ ਅਤੇ ਉਸ ਵਿਸ਼ੇ ਸੰਬੰਧੀ ਗੱਲਾਂ ਵਿਦਿਆਰਥੀਆਂ ਪਾਸੇ ਹੀ ਪੁੱਛਣ ਲਈ ਇਸ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਠੀਕ ਹੈ ਜੀ। ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਵਧਾਉਣਾ ਹੈ, ਠੀਕ ਹੈ, ਅਤੇ ਉਹਦੇ ਵਿਸ਼ੇ ਸੰਬੰਧੀ ਗੱਲਾਂ ਵਿਦਿਆਰਥੀਆਂ ਪਾਸੇ ਹੀ ਪੁੱਛਣੀਆਂ, ਠੀਕ ਹੈ। ਉਹਦੀ ਕਲਪਨਾ ਸ਼ਕਤੀ ਵਧਾਉਣ, ਕੁਐਸਚਨ ਆਨਸਰ ਕਰਾਂਗੇ ਅਤੇ ਇਹ ਸਭ ਕੀ ਹੁੰਦਾ ਹੈ? ਉਤਬੋਧਨ ਵਿਧੀ, ਇਹ ਪ੍ਰਯੋਗ ਕੀਤਾ ਜਾਂਦਾ ਇਸ ਵਿਧੀ ਦੇ ਵਿੱਚ। ਨੈਕਸਟ ਕਰਦੇ ਹਾਂ ਪ੍ਰਵਚਨ ਵਿਧੀ। ਪ੍ਰਵਚਨ ਕੀ ਹੈ? ਇਸ ਰਚਨਾ ਦੇ ਵਿਸ਼ੇ ਦਾ ਮੌਖਿਕ ਵਰਣਨ ਕਰਦਾ ਹੈ, ਵਿਦਿਆਰਥੀਆਂ ਪਾਸੋਂ ਉਸ ਦੀ ਦੁਬਾਰਾ ਰਚਨਾ ਕਰਵਾਉਂਦਾ ਹੈ, ਠੀਕ ਹੈ ਜੀ। ਇਹ ਹੋ ਗਈ ਪ੍ਰਵਚਨ ਵਿਧੀ।
ਨੈਕਸਟ ਆਪਾਂ ਜਾਣਦੇ ਹਾਂ ਰੂਪ ਰੇਖਾ ਬਾਰੇ। ਰੂਪ ਰੇਖਾ ਵਿਧੀ ਹੈ ਅਧਿਆਪਕ ਕਿਸੇ ਕਹਾਣੀ, ਜੀਵਨ ਚਿੱਤਰ, ਵਰਣਨਾਤਮਕ ਲੇਖ ਦੀ ਰੂਪ ਰੇਖਾ ਬਲੈਕ ਬੋਰਡ 'ਤੇ ਲਿਖਦਾ ਹੈ। ਉਸ ਦੇ ਸਹਾਰੇ ਵਿਦਿਆਰਥੀਆਂ ਤੋਂ ਪੂਰਾ ਲੇਖ ਕਰਵਾਉਂਦਾ ਹੈ। ਠੀਕ ਹੈ ਜੀ। ਮੰਨ ਲਓ ਜੇ ਮੈਂ ਤੁਹਾਨੂੰ ਮਾਈ ਟੀਚਰ ਬਾਰੇ ਦੇ ਦਿੱਤਾ ਜਾਂ ਮਾਈ ਬੈਸਟ ਫਰੈਂਡ ਬਾਰੇ ਦੇ ਦਿੱਤਾ ਤਾਂ ਉਹ ਐਕਸਪਲੇਨੇਸ਼ਨ ਕੀ ਹੈ, ਸਟੂਡੈਂਟ ਕਰਨਗੇ। ਸੋ ਜੇ ਤੁਸੀਂ ਦਿੱਤਾ ਹੈ ਤਾਂ ਉਹ ਤੁਹਾਡੇ ਸਟੂਡੈਂਟਸ ਕਰਨਗੇ। ਤੁਸੀਂ ਥੋੜ੍ਹਾ ਜਿਹਾ ਸਮਝ ਲਓ, ਈਜ਼ੀ ਹੈ। ਨੈਕਸਟ ਆਪਾਂ ਜਾਣਦੇ ਹਾਂ ਵਾਦ ਵਿਵਾਦ ਬਾਰੇ। ਹੁਣ ਕੀ ਵਾਦ ਵਿਵਾਦ ਬਾਰੇ ਕਿਹਾ ਹੋਇਆ? ਵਾਦ ਵਿਵਾਦ ਵਿਧੀ ਜਾਂ ਤਰਕ ਵਿਧੀ। ਤਰਕ ਵਿਧੀ ਅਧਿਆਪਕ ਕਿਸੇ ਵਿਸ਼ੇ ਜਿਵੇਂ ਸਹਿ ਸਿੱਖਿਆ, ਸਿਨੇਮਾ ਦੇ ਦੇਸ਼ ਅਤੇ ਗੁਣ, ਜੰਗ ਅਤੇ ਸ਼ਾਂਤੀ ਦੇ ਸੰਬੰਧ ਵਿੱਚ ਪੱਖ ਵਿੱਚ ਅਤੇ ਵਿਪੱਖ ਲੈ ਕੇ ਵਾਦ ਵਿਵਾਦ ਕਰਵਾਉਂਦਾ ਹੈ। ਮਤਲਬ ਆਹ ਸਾਰਾ ਕੁਛ ਹੋ ਗਿਆ, ਉਹਦੇ ਵਾਦ ਵਿਵਾਦ ਕਰਨਾ, ਉਹ ਸਾਰਾ ਕੁਛ ਹੋ ਗਿਆ ਤਰਕ ਵਿਧੀ। ਜੇ ਕੋਈ ਤਰਕ ਲਗਾਏਗਾ, ਕੁਛ ਕੁਐਸਚਨ ਕਰੇਗਾ, ਇਹ ਤਰਕ ਵਿਧੀ ਦੇ ਹੋ ਜਾਏਗਾ। ਜੇ ਮੰਨ ਲਓ ਕੋਈ ਟੌਪਿਕ ਚੱਲ ਰਿਹਾ ਹੈ, ਠੀਕ ਹੈ, ਉਹਦੇ ਬਾਰੇ ਪਹਿਲਾਂ ਐਨਾਲਾਈਜ਼ ਕਰੇਗਾ ਕੀ ਹੈ, ਤਰਕ ਲਗਾਏਗਾ ਤਾਂ ਉਹਦਾ ਵਾਦ ਵਿਵਾਦ ਕਰੇਗਾ, ਤਾਂ ਉਹ ਸਾਰਾ ਹੋ ਗਿਆ ਵਾਦ ਵਿਵਾਦ ਵਿਧੀ। ਠੀਕ ਹੈ ਜੀ। ਸੋ ਨੈਕਸਟ ਆਪਾਂ ਜਾਣਦੇ ਹਾਂ ਸਮਵਾਈ ਵਿਧੀ। ਹੁਣ ਸਮਵਾਈ ਵਿਧੀ ਕੀ ਹੈ? ਅਧਿਆਪਕ ਵਿਆਕਰਨ, ਸ਼ਬਦ ਰਚਨਾ, ਇਤਿਹਾਸ, ਭੂਗੋਲ ਆਦਿ ਵਿਸ਼ਿਆਂ ਦੇ ਨਾਲ ਰਚਨਾ ਦਾ ਸੰਬੰਧ ਜੋੜਦਾ ਹੈ। ਹੁਣ ਸਾਰਿਆਂ ਦਾ ਵਿਸ਼ਿਆਂ ਨਾਲ ਸੰਬੰਧ ਜਦੋਂ ਜੋੜਦਾ ਉਹਨੂੰ ਕਹਿੰਦੇ ਸਮਾਈ ਵਿਧੀ। ਇੱਕ ਮੋਸਟ ਇੰਪੋਰਟੈਂਟ ਗੱਲ ਹੈ, ਇਹ ਜਿਹੜਾ ਇਹ ਆਦਿ ਹੁੰਦਾ, ਇਹਨੂੰ ਆਦਿ ਨਹੀਂ ਕਹਿੰਦੇ, ਆਦਿ ਕਹਿੰਦੇ ਆਪਾਂ ਹਿੰਦੀ ਦੇ ਵਿੱਚ। ਆਦਿ ਇਸ ਤਰ੍ਹਾਂ ਪੈਂਦਾ ਅਤੇ ਇਹ ਹੁੰਦਾ ਆਦਿ। ਕਈ ਹਾਲੇ ਵੀ ਟੀਚਰਸ ਸਕੂਲ ਦੇ ਵਿੱਚ ਇਹਨੂੰ ਆਦਿ ਬੋਲਦੇ ਆ, ਬੱਚੇ ਵੀ ਆਦਿ ਬੋਲਦੇ ਆ। ਇਹ ਇੰਪਰੂਵ ਕਰੋ ਜੇ ਕੋਈ ਮੇਰੀ ਵੀਡੀਓ ਦੇਖ ਰਿਹਾ ਤਾਂ, ਜੋ ਟੀਚਰ ਹੈ। ਠੀਕ ਹੈ ਜੀ। ਸੋ ਇਹਨੂੰ ਇੰਪਰੂਵ ਕਰਵਾਓ ਬੱਚਿਆਂ ਨੂੰ, ਇਹਨੂੰ ਆਦਿ ਕਹਿੰਦੇ ਆ, ਆਦਿ ਨਹੀਂ ਕਹਿੰਦੇ। ਨੈਕਸਟ ਆਪਾਂ ਜਾਣਦੇ ਹਾਂ ਭਾਸ਼ਾ ਯੰਤਰ ਵਿਧੀ। ਭਾਸ਼ਾ ਯੰਤਰ ਵਿਧੀ ਬਾਰੇ। ਇਸ ਵਿਧੀ ਦੇ 4 ਸਾਧਨ ਹਨ: ਗ੍ਰਾਮੋਫੋਨ, ਭਾਸ਼ਾ ਦੇ ਰਿਕਾਰਡ, ਵਰਣਨ ਚਿੱਤਰ ਅਤੇ ਸਹਾਇਕ ਪੁਸਤਕਾਂ। ਠੀਕ ਹੈ ਜੀ। ਭਾਸ਼ਾ ਯੰਤਰ ਵਿਧੀ ਇਹ ਹੁੰਦੀ ਹੈ ਜਿਹਦੇ ਵਿੱਚ ਗ੍ਰਾਮੋਫੋਨ, ਭਾਸ਼ਾ ਦੇ ਰਿਕਾਰਡ ਹੁੰਦੇ ਹਨ ਅਤੇ ਵਰਣਨ ਚਿੱਤਰ ਅਤੇ ਸਹਾਇਕ ਪੁਸਤਕਾਂ ਬਾਰੇ ਦੱਸਿਆ। ਠੀਕ ਹੈ ਜੀ। ਇਹ ਇਹਦੇ 4 ਸਾਧਨ ਹੈ ਭਾਸ਼ਾ ਯੰਤਰ ਵਿਧੀ ਦੇ। ਨੈਕਸਟ ਆਪਾਂ ਜਾਣਦੇ ਹਾਂ ਕਵਿਤਾ ਸਿੱਖਿਆ ਬਾਰੇ। ਕਵਿਤਾ ਸਿੱਖਿਆ ਬਾਰੇ ਕੀ ਕਿਹਾ ਹੋਇਆ? ਮੁੱਖ ਤੌਰ 'ਤੇ ਕਵਿਤਾ ਦੇ 2 ਤੱਤ ਹਨ। ਠੀਕ ਹੈ। ਹੁਣ ਤੁਸੀਂ ਯਾਦ ਰੱਖਣਾ, ਮੋਸਟ ਇੰਪੋਰਟੈਂਟ ਹੈ। ਮੁੱਖ ਤੌਰ 'ਤੇ ਕਵਿਤਾ ਦੇ 2 ਤੱਤ ਹੁੰਦੇ ਹਨ, ਭਾਵ ਤੱਤ ਅਤੇ ਕਲਾ ਤੱਤ। ਕਵਿਤਾ ਦੇ ਭਾਵ ਤੱਤ ਵਿੱਚ ਪ੍ਰਗਟ ਵਿਚਾਰ, ਭਾਵ ਅਤੇ ਨੀਤੀ ਆਉਂਦੇ ਹਨ। ਠੀਕ ਹੈ ਜੀ। ਹੁਣ ਜਿਹੜੇ ਕਵਿਤਾ ਦੇ ਭਾਵ ਤੱਤ ਵਿੱਚ ਪ੍ਰਗਟ ਵਿਚਾਰ, ਭਾਵ, ਨੀਤੀ ਆਉਂਦੇ ਹਨ। ਪੜ੍ਹਨ ਵਾਲੇ ਦੇ ਮਨ ਵਿੱਚ ਜਿਸ ਰਸ ਦਾ ਸੰਚਾਰ ਹੁੰਦਾ ਹੈ ਉਹ ਵੀ ਭਾਵ ਤੱਤ ਦੇ ਅੰਤਰਗਤ ਆਉਂਦਾ ਹੈ। ਜਿਵੇਂ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਜਿੱਦਾਂ ਤੁਹਾਡਾ ਉਹ ਆ ਰਹੀ ਹੈ ਨੌਲੇਜ, ਠੀਕ ਹੈ ਜੀ, ਤੁਹਾਡੇ ਕੋਈ ਵਿਚਾਰ ਆ ਰਹੇ, ਉਹ ਸਾਰਾ ਮਾਈਂਡ ਦੇ ਵਿੱਚ ਸੰਚਾਰ ਹੋ ਰਿਹਾ, ਉਹਨੂੰ ਕਹਿੰਦੇ ਆ ਇਹਨੂੰ ਕੀ ਕਹਿਣਗੇ? ਭਾਵ ਤੱਤ। ਠੀਕ ਹੈ ਜੀ। ਸੋ ਆਪਾਂ ਅੱਗੇ ਜਾਂਦੇ ਹਾਂ। ਕਲਾ ਪੱਖ ਵਿੱਚ ਸ਼ਬਦ ਯੋਜਨਾ, ਸ਼ਬਦ ਸ਼ਕਤੀ, ਛੰਦ, ਅਲੰਕਾਰ, ਸੰਗੀਤ, ਲੈਅ ਆਦਿ ਆਉਂਦੇ ਹਨ। ਹੁਣ ਕਲਾ ਪੱਖ ਦੇ ਵਿੱਚ ਕਿਹੜੇ ਕਿਹੜੇ ਆਉਣਗੇ? ਭਾਵ ਤੱਤ ਦੇ ਵਿੱਚ ਜਿਵੇਂ ਹੁਣ ਮੈਂ ਤੁਹਾਨੂੰ ਸਮਝਾ ਰਹੀ ਹਾਂ, ਤੁਹਾਡੇ ਅੰਦਰ ਭਾਵ ਆਉਣਗੇ, ਨੌਲੇਜ ਦੇ ਕੁਛ ਵੀ ਆਏਗਾ ਤਾਂ ਉਹ ਹੁੰਦਾ ਭਾਵ ਤੱਤ। ਠੀਕ ਹੈ ਜੀ। ਅਤੇ ਹੁਣ ਅੱਗੇ ਕੀ ਹੈ? ਕਲਾ ਪੱਖ। ਕਲਾ ਪੱਖ ਦੇ ਵਿੱਚ ਕੀ ਆਉਣਗੇ? ਸ਼ਬਦ ਯੋਜਨਾ, ਸ਼ਬਦ ਸ਼ਕਤੀ, ਛੰਦ, ਅਲੰਕਾਰ, ਸੰਗੀਤ, ਲੈਅ ਆਮ ਲਿਆਉਂਦੇ ਆ। ਠੀਕ ਹੈ ਜੀ। ਸੋ ਨੈਕਸਟ ਆਪਾਂ ਜਾਣਦੇ ਹਾਂ ਕੀ ਕਿਹਾ ਹੋਇਆ? ਇਹਨਾਂ ਦੇ ਕੁਛ ਮੁੱਖ ਹੈਗੇ ਨੇ। ਸਭ ਤੋਂ ਪਹਿਲਾਂ ਹੈਗਾ ਭਾਵ ਦੀ ਪ੍ਰਧਾਨਤਾ। ਕਵਿਤਾ ਦੇ ਅਸਲੀ ਰੂਪ ਵਿੱਚ ਨਿਮਨਲਿਖਿਤ ਤਰ੍ਹਾਂ ਸਮਝਾਇਆ ਗਿਆ ਹੈ। ਇਹਨੂੰ ਕੀ ਕਹਿੰਦੇ? ਸਮਝਾਇਆ ਜਾ ਸਕਦਾ ਹੈ। ਕਿਸ ਤਰ੍ਹਾਂ ਸਮਝਾਇਆ ਜਾ ਸਕਦਾ? ਸਭ ਤੋਂ ਪਹਿਲਾਂ ਆਉਂਦਾ ਭਾਵ ਦੀ ਪ੍ਰਧਾਨਤਾ। ਜਦੋਂ ਮਾਨਵ ਮਨੋਭਾਵਾਂ ਦੀ ਇੰਨੀ ਪ੍ਰਬਲਤਾ ਹੋ ਜਾਂਦੀ ਹੈ ਕਿ ਚੁੱਪ ਨਹੀਂ ਰਿਹਾ ਜਾ ਸਕਦਾ, ਤਾਂ ਇਹਨਾਂ ਭਾਵਨਾਵਾਂ ਨੂੰ ਰੋਕਣ ਸੰਭਵ ਨਹੀਂ ਹੁੰਦਾ, ਤਾਂ ਇਹ ਕਵਿਤਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਠੀਕ ਹੈ ਜੀ। ਕਵਿਤਾ ਦੇ ਰੂਪ ਵਿੱਚ ਹੋਣਗੇ ਭਾਵ, ਜਦੋਂ ਜ਼ਿਆਦਾ ਨਹੀਂ ਸਮਝਾਇਆ ਜਾਂਦਾ ਕਿਸੇ ਨੂੰ। ਠੀਕ ਹੈ ਜੀ। ਕਵਿਤਾ ਹਰ ਕੋਈ ਪੜ੍ਹਦਾ, ਇਸ ਲਈ ਭਾਵਾਂ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਕਿਹਾ ਜਾਂਦਾ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਮੋਸਟ ਇੰਪੋਰਟੈਂਟ ਹੈ। ਕਿੱਥੇ ਨਾ ਕਿੱਥੇ ਕੁਐਸਚਨ ਪੁੱਛ ਲੈਣਗੇ। ਅੱਗੇ ਆ ਗਿਆ ਰਸ ਦੀ ਪ੍ਰਧਾਨਤਾ। ਕਵਿਤਾ ਵਿੱਚ ਰਸ ਦੀ ਪ੍ਰਧਾਨਤਾ ਹੁੰਦੀ ਹੈ। ਕਾਵਿ ਦਾ ਆਤਮਾ ਰਸ। ਭਾਰਤ ਮੁਨੀ ਨੇ ਕਿਹਾ ਹੈ ਕਿ ਰਸ ਵਿਹੀਨ ਕਵਿਤਾ ਨਹੀਂ, ਸਿਰਫ ਤੁਕਬੰਦੀ ਹੈ। ਮੋਸਟ ਇੰਪੋਰਟੈਂਟ ਕੀ ਕਿਹਾ ਹੈ ਕਾਵਿ ਨੇ? ਰਸ ਵਿਹੀਨ ਕਵਿਤਾ ਨਹੀਂ, ਤੁਕਬੰਦੀ ਹੈ। ਜੇ ਉਹਦੇ 'ਚ ਰਸ ਨਾ ਹੋਏਗਾ, ਜਦੋਂ ਕੋਈ ਮੀਨਿੰਗ ਨਾ ਹੋਏਗਾ, ਜੋ ਵਧੀਆ ਨਹੀਂ, ਤਾਂ ਉਹ ਕੋਈ ਕਵਿਤਾ ਨਹੀਂ, ਸਿਰਫ ਤੁਕਬੰਦੀ ਹੈ, ਤੁੱਕਾਬੰਦੀ ਹੀ ਹੈ। ਠੀਕ ਹੈ ਜੀ। ਨੈਕਸਟ ਆਪਾਂ ਜਾਣਦੇ ਹਾਂ ਭਾਸ਼ਾ ਬਾਰੇ। ਭਾਸ਼ਾ ਬਾਰੇ ਕੀ ਕਿਹਾ ਹੈ? ਕਵਿਤਾ ਦੀ ਭਾਸ਼ਾ ਭਾਵ ਅਨੁਕੂਲ ਹੋਣੀ ਚਾਹੀਦੀ ਹੈ। ਕਵਿਤਾ ਵਿੱਚ ਕਵੀ ਨੂੰ ਸ਼ਬਦ ਜਾਂ ਭਾਸ਼ਾ ਨੂੰ ਚੁਣ ਕੇ ਰੱਖਣਾ ਪੈਂਦਾ ਹੈ।
सच्चे कवि का भाषा उत्ते अधिकार हुंदा है। ठीक है जी, जे सही है तो मान लो मैं कविता लिखी है तो मेरा ही अधिकार है, जो तुसी रखी है तो तुहाडा ही अधिकार है, तुसी बेस्ट वे नाल लिखी है तो। सो आप नैक्सट जानते हैं। नैक्सट है नैक्सट की क्या है, संगीत लय। संगीत लय बारे की क्या है, जेकर भाव कविता की आत्मा है, हुण सुन लो, जेकर भाव उनके भाव कविता की आत्मा है, ठीक है, संगीत उसके दिल की गति है, तो कविता विच लय, ताल, स्वर, उतार चढ़ाव अते हाव भाव हुंदा है। ठीक है जी, जे मान लो कविता हैगी है भाव की आत्मा, तो संगीत उसका हैगा उसकी गति है दिल की, तो कविता विच की होएगा, कविता विच होएगा लय, उसकी ताल भी होएगी, उसका स्वर भी होएगा, उसका उतार चढ़ाव भी होएगा, तो हाव भाव भी होएगा। छंदां विच संगीत की झलक हुंदी है। हुण छंद हुंदे आ ना जिहड़े, उन्हां विच भी संगीत की झलक हुंदी है। नैक्सट आपां जानदे आ कल्पना का सुमेल। कविता कल्पना का मिश्रण हुंदा है। कविता बच्चों की कल्पना शक्ति नूं विकसित करता है। ठीक है जी, ये तो ईजी है, क्योंकि कविता जिहड़ी कल्पना का मिश्रण है, तो ये बच्चों की कल्पना शक्ति नूं विकसित करता है। जिवें हुण आपां बच्चों नूं कविता पढ़ाने वधिया तरीके नाल पढ़ाने, वो बच्चा कल्पना करता है किस तरह, तो वो ईजी वे नाल कविता आती है, चैप्टर बहुत घट आते हैं। नैक्सट आप जानते हैं समाज का दर्पण। लास्ट है कविता समाज का दर्पण है, ये समाज के हर पहलू से संबंधित रहती है। ठीक है जी, ये हर समाज के पहलू से मतलब संबंधित रहती है, समाज के हर पहलू से, क्योंकि कविता मान लो हम सीटेट भी आती सारा कुछ ही है। सो हुण आई होप तुहानूं समझ लग गई होएगी। नोट्स तुहानूं टैलीग्राम चैनल से मिल जाएंगे। ये जिहड़े हुण पंजाबी पैडागोगी के मोस्ट इंपोर्टेंट क्वेश्चन आंसर्स है मैं तुहानूं कल करवावांगी, क्योंकि लैक्चर ज़्यादा वड्डा हो गया। हुण नैक्सट पार्ट दे विच आपां पंजाबी पैडागोगी के क्वेश्चन करांगे। आई होप तुहानूं समझ लग गई होवे। जे तुहानूं समझ लग गई तो प्लीज़ वीडियो लाइक कर दिया जे, चैनल सबसक्राइब कर लिया जे। जे कोई सीटेट की तैयारी कर रहा है तो प्लीज़ 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 उन्होंने शेयर कर लिया जे। मिलते हैं आप हुण नैक्सट वीडियो के विच पंजाबी पैडागोगी के क्वेश्चन आंसर्स के नाल। जे तुहाडा कोई डाउट है तो प्लीज़ मैनूं पुछ लिया जे। सो फिलहाल बाय, टेक केयर।